जमात 12वीं ਦਾ ਹੈਗਾ ਵਾ ਕੱਲ੍ਹ 13 ਤਰੀਕ ਨੂੰ ਕੰਪਿਊਟਰ ਦਾ ਪੇਪਰ। ਤਾਂ ਇਸ ਵੀਡੀਓ ਦੇ ਵਿੱਚ ਸਾਡੇ ਕੋਲ ਇਹ ਸਤੰਬਰ ਪੇਪਰ ਦਾ ਪੇਪਰ ਪਹੁੰਚ ਗਿਆ ਵਾ। ਅਸੀਂ ਪੂਰਾ ਸੋਲਵ ਨੂੰ ਕਰ ਲਿਆ ਵਾ ਅਤੇ ਹੁਣ ਚੰਗੀ ਤਰ੍ਹਾਂ ਤੁਹਾਡੀ ਤਿਆਰੀ ਕਰਾ ਦਿੰਦੇ ਹਾਂ। ਵੈਰੀ ਇੰਪੋਰਟੈਂਟ ਇਹਦੇ ਵਿੱਚ ਇਹ ਪ੍ਰਸ਼ਨ ਉੱਤਰ ਹੈਗੇ ਆ ਸਾਰੇ। ਤਾਂ ਦੇਖ ਲਓ, ਪ੍ਰੀਖਿਆ ਕੰਪਿਊਟਰ ਸਾਇੰਸ ਸਤੰਬਰ 2023 ਜਮਾਤ 12ਵੀਂ, ਸਮਾਂ 2 ਘੰਟੇ ਦਾ ਮਿਲੇਗਾ। ਪੇਪਰ 50 ਨੰਬਰ ਦਾ ਆਏਗਾ ਤੁਹਾਨੂੰ, ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਭਾਗ ਊੜਾ ਦੇਖ ਲੈਂਦੇ ਹਾਂ, ਖਾਲੀ ਥਾਵਾਂ ਨੇ। ਤਾਂ ਦੇਖੋ, ਖਾਲੀ ਥਾਵਾਂ ਸਹੀ ਉੱਤਰ ਦੀ ਚੋਣ ਕਰੋ, ਠੀਕ ਹੈ ਜੀ। ਤਾਂ ਡੈਸ਼ ਵਰਡ ਪ੍ਰੋਸੈਸਰ ਸੌਫਟਵੇਅਰ ਹੈ, ਠੀਕ ਹੈ ਜੀ। ਤਾਂ ਦੇਖੋ ਇਹਦਾ ਆਨਸਰ ਕੀ ਆਵੇਗਾ, ਇਹ ਅਸੀਂ ਲੱਭਿਆ ਹੋਇਆ ਹੈ, ਆ ਰਿਹਾ, ਠੀਕ ਹੈ ਜੀ। ਤਾਂ ਇਹਦਾ ਆਨਸਰ ਆ ਜਾਏਗਾ ਡੈਸ਼ ਵਰਡ ਪ੍ਰੋਸੈਸਰ ਸੌਫਟਵੇਅਰ ਹੈ, ਤਾਂ ਇਹਦਾ ਆਨਸਰ ਆ ਜਾਏਗਾ MS ਵਰਡ। ਆ ਦੇਖੋ ਟਿਕ ਲੱਗਿਆ ਹੋਇਆ ਨਾ ਥੱਲੇ, MS ਵਰਡ ਇਹਦਾ ਆਨਸਰ ਆ ਜਾਏਗਾ, ਠੀਕ ਹੈ ਜੀ। ਤਾਂ ਇੱਥੇ ਦੇਖੋ MS ਵਰਡ ਕਿੱਥੇ ਹੈ, ਇਹ ਆਪਸ਼ਨ ਕਰੈਕਟ ਹੋ ਜਾਏਗੀ ਤੁਹਾਡੀ। ਦੂਸਰਾ ਪ੍ਰਸ਼ਨ, ਸਪੈਲਿੰਗ ਅਤੇ ਗ੍ਰਾਮਰ ਦੀ ਜਾਂਚ ਕਰਨ ਲਈ ਡੈਸ਼ ਕੀ ਵਰਤੀ ਜਾਂਦੀ ਹੈ। ਤਾਂ ਕਿਹੜੀ ਕੀ ਵਰਤੀ ਜਾਂਦੀ ਹੈ, ਤਾਂ ਦੇਖ ਸਕਦੇ ਹੋ ਇਹਦਾ ਆਨਸਰ ਆ ਜਾਏਗਾ F7, ਠੀਕ ਹੈ। ਤਾਂ F7 ਜਿਹੜੀ ਹੈਗੀ ਹੈ ਦੋਸਤੋ, ਕੀ ਵਰਤੀ ਜਾਂਦੀ ਹੈ, ਕਾਹਦੇ ਲਈ ਵਰਤੀ ਜਾਂਦੀ ਹੈ, ਸਪੈਲਿੰਗ ਅਤੇ ਗ੍ਰਾਮਰ ਦੀ ਜਾਂਚ ਕਰਨ ਲਈ। ਅੱਗੇ ਹੈ, ਹੇਠ ਲਿਖਿਆਂ ਵਿੱਚੋਂ ਕਿਹੜੀ ਸਟੇਟਮੈਂਟਾਂ ਨੂੰ ਕੰਡੀਸ਼ਨਲ ਸਟੇਟਮੈਂਟ ਕਿਹਾ ਜਾਂਦਾ ਹੈ। ਤਾਂ ਇਹਦਾ ਆਨਸਰ ਦੇਖੋ ਦੋਸਤੋ, ਸੌਰੀ ਇੱਥੇ ਸਕਰੀਨ ਦੀ ਥੋੜੀ ਪ੍ਰੋਬਲਮ ਹੋ ਰਹੀ ਆ ਰਿਹਾ ਆਨਸਰ। ਹੇਠ ਲਿਖਿਆਂ ਵਿੱਚੋਂ ਕਿਹੜੀ ਸਟੇਟਮੈਂਟ ਨੂੰ ਕੰਡੀਸ਼ਨਲ ਸਟੇਟਮੈਂਟ ਕਿਹਾ ਜਾਂਦਾ ਹੈ, ਤਾਂ ਇਫ, ਠੀਕ ਹੈ ਜੀ। ਤਾਂ ਇਹਦਾ ਇਫ ਆਨਸਰ ਆਏਗਾ। ਦੇਖ ਲਓ ਇਹਦੇ ਵਿੱਚ ਇਫ ਹੈਗਾ ਵਾ ਕਿੱਥੇ, ਬਿਲਕੁਲ ਦੋਸਤੋ C ਆਪਸ਼ਨ ਕਰੈਕਟ ਹੋ ਜਾਏਗਾ ਇਹਦਾ। ਅੱਗੇ ਹੈ ਆਪਣਾ ਪ੍ਰਸ਼ਨ, ਦੇਖੋ ਕਿੰਨਵਾਂ ਹੈ, ਚੌਥਾ ਪ੍ਰਸ਼ਨ, ਇੱਕ ਡੈਸ਼ ਕੰਪਿਊਟਰ ਦਾ ਸਮੂਹ ਹੈ ਜੋ ਇਕੱਠੇ ਜੁੜੇ ਹੋਏ ਹਨ, ਠੀਕ ਹੈ ਜੀ। ਤਾਂ ਕੀ, ਤਾਂ ਇਹਦਾ ਆਨਸਰ ਵੀ ਤੁਸੀਂ ਇੱਥੇ ਦੇਖ ਸਕਦੇ ਹੋ, ਆ ਰਿਹਾ, ਠੀਕ ਹੈ ਜੀ। ਤਾਂ ਇਹ ਵੀ ਅਸੀਂ ਲੱਭਿਆ ਹੋਇਆ ਹੈ, ਆ ਰਿਹਾ ਤੁਹਾਡਾ, ਇੱਕ ਕੰਪਿਊਟਰ ਦਾ ਸਮੂਹ ਹੈ ਜੋ ਇਕੱਠੇ ਜੁੜੇ ਹੋਏ ਹਨ। ਤਾਂ ਨੈਟਵਰਕ ਆ ਜਾਊਗਾ ਇਹਦਾ ਆਨਸਰ, ਠੀਕ ਹੈ ਜੀ। ਤਾਂ ਇੱਥੇ ਤੁਸੀਂ ਨੈਟਵਰਕ ਕਰ ਲਓ, ਆਪਸ਼ਨ ਊੜਾ ਆ ਜਾਏਗਾ। ਨੈਟਵਰਕ ਕੰਪਿਊਟਰ ਦਾ ਸਮੂਹ ਹੈ ਜੋ ਇਕੱਠੇ ਜੁੜੇ ਹੋਏ ਹਨ। ਪੰਜਵਾਂ, ਡੈਸ਼ ਸ਼ੈਲ ਵਿੱਚ ਮਲਟੀ ਜਿਹੜਾ ਹੈਗਾ ਵਾ ਮਲਟੀਪੋਰਟ, ਠੀਕ ਹੈ ਜੀ, ਰਿਪੀਟਰ ਹੈ, ਠੀਕ ਹੈ ਜੀ। ਤਾਂ ਇਹਦਾ ਕੀ ਆ ਜਾਏਗਾ, ਆ ਦੇਖ ਲਓ, ਜਿਹੜਾ ਹੱਬ ਆ ਨਾ ਉਹ ਅਸਲ ਵਿੱਚ ਮਲਟੀਪੋਰਟ ਰਿਪੀਟਰ ਹੈ, ਠੀਕ ਹੈ ਜੀ। ਤਾਂ ਇੱਥੇ ਤੁਹਾਡਾ ਜਿਹੜਾ ਹੈਗਾ ਵਾ ਮਲਟੀਪੋਰਟ ਆਉਣਾ, ਇੱਥੇ ਮਲਟੀਪੋਰਟ ਨਹੀਂ ਆਉਣਾ ਹੈਗਾ, ਮਲਟੀਪੋਰਟ ਰਿਪੋਰਟਰ ਹੈ, ਠੀਕ ਹੈ ਜੀ। ਹੱਬ ਇੱਥੇ ਆਨਸਰ ਆਵੇਗਾ। ਅੱਗੇ ਹੈ ਆਪਣਾ ਪ੍ਰਸ਼ਨ, ਐਂਡਰਾਇਡ ਆਪਰੇਟਿੰਗ ਸਿਸਟਮ ਇੱਕ ਜਿਹੜਾ ਹੈਗਾ ਡੈਸ਼, ਠੀਕ ਹੈ ਜੀ। ਐਂਡਰਾਇਡ ਆਪਰੇਟਿੰਗ ਸਿਸਟਮ ਇੱਕ ਡੈਸ਼ ਆਪਰੇਟਿੰਗ ਸਿਸਟਮ ਹੈ। ਤਾਂ ਇਹਦਾ ਆਨਸਰ ਕੀ ਆਵੇਗਾ, ਛੇਵੇਂ ਦਾ ਆਨਸਰ ਤੁਸੀਂ ਆਹ ਦੇਖ ਸਕਦੇ ਹੋ ਕੀ ਆ ਜਾਏਗਾ। ਐਂਡਰਾਇਡ ਆਪਰੇਟਿੰਗ ਸਿਸਟਮ ਇੱਕ ਜਿਹੜਾ ਹੈਗਾ ਵਾ ਮੋਬਾਈਲ ਆਪਰੇਟਿੰਗ ਸਿਸਟਮ ਹੈ, ਠੀਕ ਹੈ ਜੀ। ਤਾਂ ਮੋਬਾਈਲ ਆਪਰੇਟਿੰਗ ਸਿਸਟਮ ਇੱਥੇ ਆ ਜਾਏਗਾ, ਤੁਸੀਂ ਟਿਕ ਲਾ ਲੈਣਾ ਵਾ। ਅੱਗੇ ਡੈਸ਼ ਅਤੇ ਡੈਸ਼ ਫੰਕਸ਼ਨ ਸੀਮਾ ਵਿੱਚ ਘੱਟੋ ਘੱਟ ਅਤੇ ਵੱਧ ਤੋਂ ਵੱਧ ਮੁੱਲ ਲੱਭਣ ਲਈ ਵਰਤੇ ਜਾਂਦੇ ਹਨ। ਤਾਂ ਇਹਦਾ ਆਨਸਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਮਿਨ ਅਤੇ ਮੈਕਸ, ਠੀਕ ਹੈ ਜੀ। ਮਿਨ ਅਤੇ ਮੈਕਸ ਇੱਥੇ ਰਾਈਟ ਆਨਸਰ ਹੋ ਜਾਏਗਾ ਆਹ ਵਾਲੇ 'ਤੇ, ਠੀਕ ਹੈ ਜੀ, ਮਿਨ ਅਤੇ ਮੈਕਸ। ਅੱਗੇ ਹੈ, ਡੈਸ਼ ਲੂਪ ਵਿੱਚ ਕੰਟਰੋਲ ਕੰਡੀਸ਼ਨ ਨੂੰ ਲੂਪ ਦੀ ਵਾਢੀ ਤੋਂ ਪਹਿਲਾਂ ਟੈਸਟ ਕੀਤਾ ਜਾਂਦਾ ਹੈ। ਤਾਂ ਇਹਦਾ ਆਨਸਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਪ੍ਰੀ ਟੈਸਟ ਲੂਪ ਵਿੱਚ ਕੰਟਰੋਲ ਕੰਡੀਸ਼ਨ ਨੂੰ ਲੂਪ ਦੀ ਵਾਢੀ ਤੋਂ ਪਹਿਲਾਂ ਟੈਸਟ ਕੀਤਾ ਜਾਂਦਾ ਹੈ, ਠੀਕ ਹੈ ਜੀ। ਤਾਂ ਇੱਥੇ ਕੀ ਆ ਜਾਏਗਾ, ਕੀ ਸੀਗਾ ਇੱਥੇ ਆਪਣਾ, ਹਾਂਜੀ, ਪ੍ਰੀ ਟੈਸਟ, ਠੀਕ ਹੈ ਜੀ, ਪ੍ਰੀ ਟੈਸਟ ਲੂਪ। ਅੱਗੇ ਡੈਸ਼ ਸਟੋਰੇਜ ਡਾਟਾ ਅਤੇ ਸੂਚਨਾਵਾਂ ਨੂੰ ਆਨਲਾਈਨ ਸੇਵ ਕਰਨ ਦਾ ਸਾਧਨ ਹੈ। ਤਾਂ ਕੀ ਆ ਜਾਏਗਾ ਇੱਥੇ, ਆਹ ਦੇਖੋ ਕਲਾਊਡ, ਠੀਕ ਹੈ ਜੀ। ਕਲਾਊਡ ਜਿਹੜਾ ਹੈਗਾ ਸਟੋਰੇਜ ਡਾਟਾ ਅਤੇ ਸੂਚਨਾਵਾਂ ਨੂੰ ਆਨਲਾਈਨ ਸੇਵ ਕਰਨ ਦਾ ਜਿਹੜਾ ਹੈਗਾ ਵਾ ਸਾਧਨ ਹੈ। ਅੱਗੇ ਹੈ, ਕਾਪੀ ਕਰਨ ਲਈ ਸ਼ਾਰਟਕਟ ਕੀ ਲਿਖੋ, ਕੀ ਹੈ, ਠੀਕ ਹੈ ਜੀ। ਤਾਂ ਕਾਪੀ ਕਰਨ ਲਈ ਸ਼ਾਰਟਕਟ ਜਿਹੜਾ ਹੈਗਾ ਸ਼ਾਰਟਕਟ ਕੀ ਹੈ, Ctrl+C, ਠੀਕ ਹੈ। ਅਤੇ ਇਹਦੇ ਨਾਲ ਹੀ ਸੀਗਾ ਪੇਸਟ ਕਰਨ ਲਈ ਸ਼ਾਰਟਕਟ ਕੀ ਹੈ, ਪੇਸਟ ਕਰਨ ਲਈ ਸ਼ਾਰਟਕਟ ਕੀ ਹੈਗਾ ਜਿਹੜਾ Ctrl+V। ਅਗਲਾ ਹੈ ਤੁਹਾਡਾ, UTP ਦਾ ਪੂਰਾ ਨਾਮ ਦੱਸੋ ਅਤੇ FTP ਦਾ ਪੂਰਾ ਨਾਮ ਦੱਸੋ। ਤਾਂ ਚਲੋ ਦੇਖਦੇ ਹਾਂ। UTP ਦਾ ਮਤਲਬ ਆਏਗਾ ਦੋਸਤੋ ਅਨਸ਼ੀਲਡਡ, ਠੀਕ ਹੈ ਜੀ, ਟਵਿਸਟਡ ਪੇਅਰ, ਠੀਕ ਹੈ ਜੀ। FTP ਦਾ ਆਏਗਾ ਫਾਈਲ ਟ੍ਰਾਂਸਫਰ ਪ੍ਰੋਟੋਕੋਲ, ਠੀਕ ਹੈ, ਇਹ ਤੁਸੀਂ ਦੇਖ ਸਕਦੇ ਹੋ। ਅੱਗੇ ਵਾਈਫਾਈ ਦਾ ਪੂਰਾ ਨਾਮ ਲਿਖੋ ਅਤੇ VR ਦਾ ਪੂਰਾ ਨਾਮ ਲਿਖੋ। ਤਾਂ ਚਲੋ ਦੇਖੋ, ਵਾਈਫਾਈ ਦਾ ਮਤਲਬ ਆਉਂਦਾ ਵਾਇਰਲੈਸ ਫਾਈਡਿਲਿਟੀ, ਠੀਕ ਹੈ ਜੀ। VR ਦਾ ਆਏਗਾ ਵਰਚੁਅਲ ਰਿਐਲਿਟੀ, ਠੀਕ ਹੈ ਜੀ। ਇਹ ਤੁਹਾਡਾ ਆਨਸਰ ਹੋ ਗਿਆ। ਅੱਗੇ ਹੈ ਦੋਸਤੋ, ਇੱਕ ਇਫ ਸਟੇਟਮੈਂਟ ਦਾ ਦੂਸਰੀ ਇਫ ਸਟੇਟਮੈਂਟ ਵਿੱਚ ਲਿਖਣਾ ਨੈਸਟਡ ਲੂਪ ਅਖਵਾਉਂਦਾ ਹੈ, ਠੀਕ ਹੈ ਜੀ। ਤਾਂ ਦੇਖ ਲਓ, ਆਹੀ ਹੈ ਤੁਹਾਡਾ ਨੈਸਟਡ ਲੂਪ ਅਖਵਾਉਂਦਾ ਹੈ। ਤਾਂ ਬਿਲਕੁਲ ਦੋਸਤੋ ਇਹ ਗਲਤ ਆ, ਠੀਕ ਹੈ ਜੀ, ਠੀਕ ਹੈ। ਇਹ ਦੂਸਰਾ ਜਿਹੜਾ ਹੈਗਾ ਤੁਹਾਡਾ ਗਲਤ ਆ। C ਭਾਸ਼ਾ ਵਿੱਚ ਪ੍ਰੋਗਰਾਮਾਂ ਦੇ ਸਧਾਰਨ ਵਹਾਅ ਨੂੰ ਬਦਲਣ ਲਈ ਕੰਟਰੋਲ ਸਟੇਟਮੈਂਟਸ ਵਰਤੇ ਜਾਂਦੇ ਹਨ, ਸਹੀ ਜਾਂ ਗਲਤ। ਤਾਂ ਦੇਖ ਲਓ ਇੱਥੇ ਕੰਟਰੋਲ ਸਟੇਟਮੈਂਟਸ ਵਰਤੇ ਜਾਂਦੇ ਹਨ, ਤਾਂ ਇਹ ਤੁਹਾਡਾ ਸਹੀ ਹੈ ਬਿਲਕੁਲ, ਠੀਕ ਹੈ ਜੀ। ਅਗਲਾ ਹੈ ਆਪਣਾ ਦੋਸਤੋ, ਲੂਪ ਦੇ ਅੰਦਰ ਕੁਝ ਸਟੇਟਮੈਂਟ ਛੱਡਣ ਲਈ ਕੰਟੀਨਿਊ ਸਟੇਟਮੈਂਟ ਅਕਸਰ ਫਾਇਦੇਮੰਦ ਹੁੰਦੀ ਹੈ। ਕੰਟੀਨਿਊ ਸਟੇਟਮੈਂਟ ਅਕਸਰ ਜਿਹੜੀ ਹੈਗੀ ਆ ਫਾਇਦੇਮੰਦ ਹੁੰਦੀ ਹੈ। ਤਾਂ ਬਿਲਕੁਲ ਸਹੀ ਹੈ ਇਹ, ਠੀਕ ਹੈ ਜੀ। ਅਗਲਾ ਦੋਸਤੋ ਤੁਹਾਡਾ ਪ੍ਰਸ਼ਨ ਕੀ ਹੈ, ਭਾਗ ਆੜਾ ਵਾ, ਠੀਕ ਹੈ ਜੀ। ਐਕਸਲ ਕੀ ਹੈ, ਠੀਕ ਹੈ, ਐਕਸਲ ਜਿਹੜਾ ਹੈਗਾ ਉਹ ਕੀ ਹੈ। ਤਾਂ ਦੇਖੋ ਆਨਸਰ ਇਹਦਾ, ਐਕਸਲ ਮਾਈਕਰੋਸਾਫਟ ਐਕਸਲ ਇੱਕ ਸ਼ਕਤੀਸ਼ਾਲੀ
ਇਲੈਕਟ੍ਰੋਨਿਕ ਸਪਰੈਡਸ਼ੀਟ ਪ੍ਰੋਗਰਾਮ ਹੈ। ਅਸੀਂ ਆਮ ਤੌਰ 'ਤੇ ਇਸ ਦੀ ਵਰਤੋਂ ਅਕਾਊਂਟਿੰਗ ਦੇ ਕੰਮ ਨੂੰ ਸਵੈਚਲਿਤ ਕਰਨ ਅਤੇ ਡਾਟਾ ਨੂੰ ਵਿਵਸਥਿਤ ਕਰਨ ਲਈ ਕਈ ਤਰ੍ਹਾਂ ਦੇ ਗਣਿਤਕ ਕੰਮ ਕਰਨ ਲਈ ਕਰ ਸਕਦੇ ਹਾਂ। ਇਸ ਦੀ ਵਰਤੋਂ ਨਾਲ ਅਸੀਂ ਵਿਦਿਆਰਥੀਆਂ ਦੇ ਨਤੀਜੇ ਆਸਾਨੀ ਨਾਲ ਤਿਆਰ ਕਰ ਸਕਦੇ ਹਾਂ। ਚਾਰਟਸ ਦੀ ਮਦਦ ਨਾਲ ਡਾਟਾ ਨੂੰ ਤਸਵੀਰ ਦੇ ਰੂਪ ਵਿੱਚ ਵੀ ਪੇਸ਼ ਕਰ ਸਕਦੇ ਹਾਂ। ਅੱਗੇ ਆਪਣਾ ਫਾਰਮੈਟਿੰਗ, ਠੀਕ ਹੈ ਜੀ, ਡਿਟੇਲ ਵਿੱਚ ਦੱਸੋ। ਠੀਕ ਹੈ, ਫਾਰਮੈਟਿੰਗ ਜਿਹੜਾ ਹੈਗਾ ਵਾ ਡਿਟੇਲ ਦੇ ਵਿੱਚ ਦੱਸੋ। ਤਾਂ ਚਲੋ ਦੇਖੋ ਫਾਰਮੈਟਿੰਗ, ਠੀਕ ਹੈ ਜੀ, ਫਾਰਮੈਟਿੰਗ ਟੈਕਸਟ ਨੂੰ ਫਾਰਮੈਟ ਕਰਨ ਤੋਂ ਭਾਵ ਹੈ ਫੌਂਟ ਦੀ ਜਿਹੜੀ ਹੈਗੀ ਆ ਸਟਾਈਲ ਜਾਂ ਫਿਰ ਸ਼ੈਲੀ ਨੂੰ ਬਦਲਣਾ, ਜਿਵੇਂ ਕਿ ਫੋਟੋ ਦੇ ਸਾਈਜ਼ ਨੂੰ ਵਧਾਉਣਾ ਅਤੇ ਘਟਾਉਣਾ, ਟੈਕਸਟ ਦਾ ਰੰਗ ਜਿਹੜਾ ਹੈਗਾ ਵਾ ਬਦਲਣਾ, ਠੀਕ ਹੈ ਜੀ, ਟੈਕਸਟ ਨੂੰ ਜਿਹੜਾ ਹੈਗਾ ਵਾ ਬੋਲਡ ਕਰਨਾ, ਇਟੈਲਿਕ ਕਰਨਾ, ਅੰਡਰਲਾਈਨ ਕਰਨਾ ਆਦਿ। ਫਾਰਮੈਟਿੰਗ ਨਾਲ ਅਸੀਂ ਟੈਕਸਟ ਤਸਵੀਰ ਦੀ ਦਿਖਾਵਟ ਨੂੰ ਬਦਲ ਸਕਦੇ ਹਾਂ। MS ਵਰਡ, ਐਕਸਲ, ਪਾਵਰਪੁਆਇੰਟ ਵਿੱਚ ਫਾਰਮੈਟਿੰਗ ਨਾਲ ਸੰਬੰਧਿਤ ਕਮਾਂਡਸ ਹੋਮ ਟੈਬਸ ਉਪਲਬਧ ਹੁੰਦੀਆਂ ਹਨ। ਠੀਕ ਹੈ ਜੀ। ਅਤੇ ਹੁਣ ਆਪਣਾ ਅਗਲਾ ਪ੍ਰਸ਼ਨ ਇਹਦੇ ਵਿੱਚ ਕੀ ਹੈ, ਪ੍ਰਿੰਟ ਅਤੇ ਪ੍ਰਿੰਟ ਵਿਊ 'ਤੇ ਕਲਿੱਕ ਕੀ ਹੈ। ਠੀਕ ਹੈ ਜੀ, ਪ੍ਰਿੰਟ ਅਤੇ ਪ੍ਰਿੰਟ ਪ੍ਰੀਵਿਊ ਵਿਕਲਪ ਦੀ ਵਿਆਖਿਆ ਕਰੋ। ਪ੍ਰਿੰਟ ਪ੍ਰੀਵਿਊ ਇੱਕ ਅਜਿਹੀ ਵਿਸ਼ੇਸ਼ਤਾ ਹੈ ਜੋ ਸਕਰੀਨ 'ਤੇ ਇਹ ਪ੍ਰਦਰਸ਼ਿਤ ਕਰਦੀ ਹੈ ਕਿ ਹਾਰਡ ਕਾਪੀ ਪ੍ਰਿੰਟ ਹੋਣ ਉਪਰੰਤ ਕਿਸ ਤਰ੍ਹਾਂ ਦੀ ਦਿਖਾਈ ਦੇਵੇਗੀ। ਜਦੋਂ ਅਸੀਂ ਫਾਈਲ ਮੈਨੂ ਵਿੱਚ ਪ੍ਰਿੰਟ ਆਪਸ਼ਨ 'ਤੇ ਕਲਿੱਕ ਕਰਦੇ ਹਾਂ ਤਾਂ ਆਪਣੇ ਆਪ ਹੀ ਸਾਡੇ ਡਾਕੂਮੈਂਟ ਦਾ ਪ੍ਰੀਵਿਊ ਸਕਰੀਨ 'ਤੇ ਦਿਖਾਉਂਦਾ ਹੈ। ਭਾਵ ਅਸੀਂ ਪ੍ਰਿੰਟ ਪ੍ਰੀਵਿਊ ਆਪਸ਼ਨ ਦੀ ਮਦਦ ਨਾਲ ਆਪਣੇ ਡਾਕੂਮੈਂਟ ਨੂੰ ਪ੍ਰਿੰਟ ਕਰਨ ਤੋਂ ਪਹਿਲਾਂ ਹੀ ਇਹ ਚੈੱਕ ਕਰ ਸਕਦੇ ਹਾਂ ਕਿ ਪ੍ਰਿੰਟ ਹੋਣ ਤੋਂ ਬਾਅਦ ਉਹ ਕਿਸ ਤਰ੍ਹਾਂ ਦਾ ਦਿਖਾਈ ਦੇਵੇਗਾ। ਜਦੋਂ ਪ੍ਰਿੰਟ ਕਮਾਂਡ ਦੀ ਵਰਤੋਂ ਨਾਲ ਅਸੀਂ ਆਪਣੇ ਡਾਕੂਮੈਂਟ ਨੂੰ ਪ੍ਰਿੰਟਰ ਦੀ ਮਦਦ ਨਾਲ ਹਾਰਡ ਕਾਪੀ ਦੇ ਰੂਪ ਵਿੱਚ ਪ੍ਰਾਪਤ ਕਰ ਸਕਦੇ ਹਾਂ। ਠੀਕ ਹੈ, ਅੱਗੇ ਹੈ ਆਪਣਾ ਦੋਸਤੋ ਤੁਹਾਡਾ ਕੀ ਹੈ, ਬ੍ਰਾਂਚਿੰਗ ਨੂੰ ਪਰਿਭਾਸ਼ਿਤ ਕਰੋ। ਠੀਕ ਹੈ ਜੀ, ਵੱਖ-ਵੱਖ ਕੰਟਰੋਲ ਸਟੇਟਮੈਂਟਸ ਦੇ ਜਿਹੜੇ ਹੈਗੇ ਨਾਮ ਵੀ ਲਿਖੋ। ਆਹੀ ਤੁਹਾਡਾ ਪ੍ਰਸ਼ਨ ਆ, ਬ੍ਰਾਂਚਿੰਗ ਨੂੰ ਪਰਿਭਾਸ਼ਿਤ ਕਰੋ, ਕੰਟਰੋਲ ਸਟੇਟਮੈਂਟ ਦੇ ਨਾਮ ਲਿਖੋ। ਤਾਂ ਦੇਖੋ ਉਹ ਸਟੇਟਮੈਂਟ ਜਿਨ੍ਹਾਂ ਦੀ ਵਰਤੋਂ ਪ੍ਰੋਗਰਾਮ ਵਿੱਚ ਫੈਸਲਾ ਲੈਣ ਲਈ, ਕੰਮ ਲਈ, ਡਿਸੀਜ਼ਨ ਮੇਕਿੰਗ ਜਾਂ ਫਿਰ ਮਲਟੀਵੇ ਸਿਲੈਕਸ਼ਨ ਲਈ ਕੀਤੀ ਜਾਂਦੀ ਹੈ, ਉਹਨਾਂ ਸਟੇਟਮੈਂਟ ਨੂੰ ਬ੍ਰਾਂਚਿੰਗ ਸਟੇਟਮੈਂਟਸ ਕਿਹਾ ਜਾਂਦਾ ਹੈ। ਇਹ ਸਟੇਟਮੈਂਟਸ ਪ੍ਰੋਗਰਾਮ ਦੇ ਚੱਲਣ ਦੌਰਾਨ ਇੱਕ ਬ੍ਰਾਂਚ ਜਾਂ ਫਿਰ ਦੂਜੀ ਬ੍ਰਾਂਚ ਦੀ ਚੋਣ ਕਰਦੇ ਹਾਂ। ਬ੍ਰਾਂਚਿੰਗ ਕੰਟਰੋਲ ਸਟੇਟਮੈਂਟਸ ਹੇਠ ਲਿਖੇ ਜਾਂ ਦੋ ਕਿਸਮਾਂ ਦੀਆਂ ਹੁੰਦੀਆਂ ਹਨ। ਸਭ ਤੋਂ ਪਹਿਲਾਂ ਹੈਗਾ ਕੰਡੀਸ਼ਨਲ ਕੰਟਰੋਲ ਸਟੇਟਮੈਂਟਸ, ਇਫ ਐਲਸ ਸਟੇਟਮੈਂਟ, ਮਲਟੀਵੇ ਕੰਡੀਸ਼ਨਲ ਕੰਟਰੋਲ ਸਟੇਟਮੈਂਟਸ ਵਿੱਚ ਕੇਸ। ਅੱਗੇ ਆਪਣਾ ਦੋਸਤੋ ਪ੍ਰਸ਼ਨ ਕੀ ਹੈ, ਲੂਪਿੰਗ ਕੀ ਹੈ, ਤਿੰਨ ਵੱਖ-ਵੱਖ ਕਿਸਮਾਂ ਦੀਆਂ ਲੂਪਿੰਗਾਂ ਬਾਰੇ ਦੱਸੋ। ਤਾਂ ਦੋਸਤੋ ਚਲੋ ਦੇਖਦੇ ਹਾਂ। ਲੂਪਿੰਗ ਉਹ ਕੰਟਰੋਲ ਸਟੇਟਮੈਂਟ ਜਿਨ੍ਹਾਂ ਦੀ ਵਰਤੋਂ ਪ੍ਰੋਗਰਾਮ ਵਿੱਚ ਹਦਾਇਤਾਂ ਦੇ ਸਮੂਹ ਨੂੰ ਦੁਹਰਾਉਣ ਲਈ ਕੀਤੀ ਜਾਂਦੀ ਹੈ, ਉਹਨਾਂ ਨੂੰ ਲੂਪਿੰਗ ਸਟੇਟਮੈਂਟਸ ਕਿਹਾ ਜਾਂਦਾ ਹੈ। ਲੂਪਿੰਗ ਸਟੇਟਮੈਂਟਸ ਜਿਹੜਾ ਹੈਗਾ ਵਾ ਆਈਟਰੇਟਿਵ ਸਟੇਟਮੈਂਟਸ ਵੀ ਕਿਹਾ ਜਾਂਦਾ ਹੈ। ਸੀ ਭਾਸ਼ਾ ਵਿੱਚ ਹੇਠ ਲਿਖੀਆਂ ਤਿੰਨ ਲੂਪਾਂ ਸਟੇਟਮੈਂਟ ਦੀ ਵਰਤੋਂ ਕੀਤੀ ਜਾਂਦੀ ਹੈ, ਫੋਰ ਲੂਪ, ਵਾਈਲ ਲੂਪ, ਡੂ ਵਾਈਲ ਲੂਪ। ਅਗਲਾ ਪ੍ਰਸ਼ਨ ਕੀ ਆਪਣਾ ਕਿ ਬ੍ਰਿਜ ਕੀ ਹੈ। ਠੀਕ ਹੈ ਜੀ, ਤਾਂ ਬ੍ਰਿਜ ਕੀ ਹੈ ਦੇਖ ਲਓ ਆਨਸਰ ਇਹਦਾ। ਬ੍ਰਿਜ ਇੱਕ ਨੈਟਵਰਕ ਉਪਕਰਨ ਹੈ। ਇਸ ਉਪਕਰਨ ਦੀ ਵਰਤੋਂ ਵੱਖਰੇ ਜਿਹੜੇ ਹੈਗੇ ਆ ਠੀਕ ਹੈ ਜੀ, ਜਿਵੇਂ ਕਿ ਲੈਨਸ ਨੈਟਵਰਕ ਨੂੰ ਆਪਸ ਵਿੱਚ ਜੋੜਨ ਲਈ ਕੀਤੀ ਜਾਂਦੀ ਹੈ। ਡਾਟਾ ਪੈਕੇਟਸ ਨੂੰ ਨੈਟਵਰਕ ਵਿੱਚ ਅੱਗੇ ਭੇਜਣ ਲਈ ਇਹ ਇੱਕ ਮੈਕ ਐਡਰੈਸ ਦੀ ਵਰਤੋਂ ਕਰਦਾ ਹੈ। ਇਹ ਨੈਟਵਰਕ ਤੋਂ ਕਿਸੇ ਦੂਜੇ ਨੈਟਵਰਕ 'ਤੇ ਸਿਰਫ ਉਹਨਾਂ ਪੈਕੇਟਸ ਨੂੰ ਅੱਗੇ ਭੇਜਦਾ ਹੈ ਜੋ ਦੂਜੇ ਨੈਟਵਰਕ ਨਾਲ ਸੰਬੰਧਿਤ ਹੁੰਦੇ ਹਨ। ਠੀਕ ਹੈ, ਇਸ ਉਪਕਰਨ ਵਿੱਚ ਸਿਰਫ ਇੱਕ ਇਨਪੁੱਟ ਪੋਰਟ ਅਤੇ ਇੱਕ ਹੀ ਆਊਟਪੁੱਟ ਪੋਰਟ ਹੁੰਦੀ ਹੈ, ਇਸ ਲਈ ਇਸ ਉਪਕਰਨ ਨੂੰ ਦੋ ਪੋਰਟ ਉਪਕਰਨ ਵੀ ਕਿਹਾ ਜਾਂਦਾ ਹੈ। ਠੀਕ ਹੈ, ਅਤੇ ਉਸ ਤੋਂ ਬਾਅਦ ਆਪਣਾ ਅਗਲਾ ਪ੍ਰਸ਼ਨ ਕੀ ਹੈ ਇਹਦੇ ਨਾਲ ਹੀ, ਬਲੂਟੂਥ ਟੈਕਨੋਲੋਜੀ ਦੀ ਪਰਿਭਾਸ਼ਾ ਦਿਓ। ਠੀਕ ਹੈ ਜੀ, ਤਾਂ ਦੇਖੋ ਬਲੂਟੂਥ ਟੈਕਨੋਲੋਜੀ, ਤਾਂ ਬਲੂਟੂਥ ਇੱਕ ਕਿਸਮ ਦਾ ਰੇਡੀਓ ਸੰਚਾਰ ਟੈਕਨੋਲੋਜੀ ਹੈ ਜਿਸ ਨਾਲ ਹਰ ਕਿਸਮ ਦੀਆਂ ਮੀਡੀਆ ਫਾਈਲਾਂ ਨੂੰ ਬਿਨਾਂ ਤਾਰਾਂ ਤੋਂ ਭੇਜਿਆ ਜਾਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਫੋਨ, ਕੰਪਿਊਟਰ ਅਤੇ ਹੋਰ ਡਿਵਾਈਸਾਂ ਦੇ ਵਿਚਕਾਰ ਇੱਕ ਛੋਟੀ ਦੂਰੀ ਵਾਇਰਲੈਸ ਨੈਟਵਰਕਿੰਗ ਨੂੰ ਸਮਰਥ ਬਣਾਉਂਦੀ ਹੈ। ਦੋ ਬਲੂਟੂਥ ਉਪਕਰਨਾਂ ਨੂੰ ਆਪਸ ਵਿੱਚ ਕਨੈਕਟ ਕਰਨ ਲਈ ਜਿਹੜੀ ਪ੍ਰਕਿਰਿਆ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਪੇਅਰਿੰਗ ਕਿਹਾ ਜਾਂਦਾ ਹੈ। ਠੀਕ ਹੈ, ਅਤੇ ਹੁਣ ਹੈਗਾ ਵਾ ਭਾਗ ਈਡੀ। ਠੀਕ ਹੈ ਜੀ, ਲੌਂਗ ਪ੍ਰਸ਼ਨ ਹੈ, ਨੈਟਵਰਕ ਯੰਤਰ ਕੀ ਹਨ, ਕਿਸੇ ਵੀ ਤਿੰਨ ਨੈਟਵਰਕ ਯੰਤਰਾਂ ਦਾ ਜਿਹੜਾ ਹੈਗਾ ਵਾ ਵਰਣਨ ਕਰੋ। ਠੀਕ ਹੈ ਜੀ, ਤਾਂ ਦੇਖੋ ਨੈਟਵਰਕ ਯੰਤਰ ਕੀ ਹਨ, ਕਿਸੇ ਵੀ ਤਿੰਨ ਨੈਟਵਰਕ ਦੇ ਬਾਰੇ ਦੱਸੋ। ਤਾਂ ਦੇਖੋ ਨੈਟਵਰਕ ਯੰਤਰ ਤੋਂ ਭਾਵ ਉਹ ਹਾਰਡਵੇਅਰ ਯੰਤਰ ਜੋ ਇੱਕ ਨੈਟਵਰਕ ਬਣਾਉਣ ਲਈ ਵਰਤੇ ਜਾਂਦੇ ਹਨ। ਵੱਖ-ਵੱਖ ਕਿਸਮਾਂ ਦੇ ਨੈਟਵਰਕ ਲਈ ਵੱਖ-ਵੱਖ ਤਰ੍ਹਾਂ ਦੇ ਨੈਟਵਰਕ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਸਵਿੱਚ, ਹੱਬ, ਰਾਊਟਰ, ਬ੍ਰਿਜ, ਗੇਟਵੇ, ਬਰਾਊਟਰ ਆਦਿ। ਕੁਝ ਮੁੱਖ ਜਿਹੜੇ ਹੈਗੇ ਆ ਨੈਟਵਰਕ ਯੰਤਰ ਦਾ ਵਰਣਨ ਇਸ ਪ੍ਰਕਾਰ ਹੈ। ਸਵਿੱਚ, ਤਾਂ ਇਹ ਉਪਕਰਨ ਇੱਕ ਨੈਟਵਰਕ ਮੌਜੂਦ ਵੱਖ-ਵੱਖ ਡਿਵਾਈਸਾਂ ਜਿਵੇਂ ਕਿ ਕੰਪਿਊਟਰਸ, ਪ੍ਰਿੰਟਰਸ, ਰਾਊਟਰਸ ਜਾਂ ਹੋਰਾਂ ਸਵਿੱਚਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦਾ ਹੈ ਤਾਂ ਕਿ ਇਹ ਡਿਵਾਈਸ ਨੂੰ ਆਪਸ ਵਿੱਚ ਸੰਚਾਰ ਕਰਨ ਯੋਗ ਬਣਾ ਸਕੇ। ਰਾਊਟਰ, ਤਾਂ ਇਹ ਉਪਕਰਨ ਸਾਡੇ ਨੈਟਵਰਕ ਨੂੰ ਇੰਟਰਨੈਟ ਨਾਲ ਜੋੜਨ ਲਈ ਜਿਹੜਾ ਹੈਗਾ ਵਰਤਿਆ ਜਾਂਦਾ ਹੈ। ਇਹ ਇੱਕ ਸਵਿੱਚ ਵਰਗਾ ਹੀ ਉਪਕਰਨ ਹੁੰਦਾ ਹੈ ਜੋ ਡਾਟਾ ਪੈਕੇਟ ਨੂੰ ਉਸਦੇ IP ਐਡਰੈਸ ਦੇ ਆਧਾਰ 'ਤੇ ਨੈਟਵਰਕ ਉੱਪਰ ਭੇਜਦਾ ਹੈ। ਅੱਗੇ ਆਪਣਾ ਬ੍ਰਿਜ। ਠੀਕ ਹੈ ਜੀ,
ਤਾਂ ਬ੍ਰਿਜ ਕੀ ਹੈ ਦੋਸਤੋ, ਇਸ ਉਪਕਰਨ ਦੀ ਵਰਤੋਂ ਦੋ ਵੱਖਰੇ ਵੱਖਰੇ ਜਿਹੜੇ ਹੈਗੇ ਆ ਈਥਰਨੈਟ ਨੈਟਵਰਕ ਨੂੰ ਆਪਸ ਵਿੱਚ ਜੋੜਨ ਲਈ ਕੀਤੀ ਜਾਂਦੀ ਡਾਟਾ ਪੈਕਟਸ ਨੂੰ ਨੈਟਵਰਕ ਵਿੱਚ ਅੱਗੇ ਭੇਜਣ ਲਈ ਦੋਸਤੋ ਇਹ ਮੈਕ ਐਡਰੈਸ ਦੀ ਵਰਤੋਂ ਕਰਦਾ ਹੈ। ਇਸ ਉਪਕਰਨ ਵਿੱਚ ਸਿਰਫ ਇੱਕ ਇਨਪੁਟ ਪੋਰਟ ਅਤੇ ਇੱਕ ਹੀ ਆਊਟਪੁੱਟ ਹੁੰਦੀ ਹੈ, ਇਸ ਲਈ ਇਸ ਨੂੰ ਦੋ ਪੋਰਟ ਉਪਕਰਨ ਵੀ ਜਿਹੜਾ ਹੈਗਾ ਵਾ ਕਿਹਾ ਜਾਂਦਾ। ਅੱਗੇ ਹੈ ਤੁਹਾਡਾ ਟਵਿਸਟਡ ਪੇਅਰ ਕੇਬਲ ਕੀ ਹੈ, ਇਸ ਦੇ ਫਾਇਦੇ ਅਤੇ ਨੁਕਸਾਨ ਬਾਰੇ ਦੱਸੋ। ਤਾਂ ਦੋਸਤੋ ਚਲੋ ਦੇਖਦੇ ਹਾਂ। ਟਵਿਸਟਡ ਪੇਅਰ ਕੇਬਲ ਆਹੀ ਤੁਹਾਡਾ ਹੈਗਾ ਵਾ। ਟਵਿਸਟਡ ਪੇਅਰ ਕੇਬਲ ਇੱਕ ਗਾਈਡਡ ਟਰਾਂਸਮਿਸ਼ਨ ਮੀਡੀਆ ਹੈ। ਇਸ ਦੀ ਵਰਤੋਂ ਨੈਟਵਰਕ ਵਿੱਚ ਡਾਟਾ ਸੰਚਾਰ ਕਰਨ ਲਈ ਕੀਤੀ ਜਾਂਦੀ ਹੈ। ਇਸ ਕੇਬਲ ਵਿੱਚ ਦੋ ਵੱਖ-ਵੱਖ ਜਿਹੜੇ ਹੈਗੇ ਆ ਇਨਸੂਲੇਟਡ ਤਾਂਬੇ ਦੀਆਂ ਤਾਰਾਂ ਹੁੰਦੀਆਂ ਹਨ। ਇਹਨਾਂ ਨੂੰ ਆਪਸ ਵਿੱਚ ਟਵਿਸਟ ਕੀਤਾ ਹੋਇਆ ਹੁੰਦਾ ਹੈ। ਪਹਿਲੀ ਤਾਰ ਦੀ ਵਰਤੋਂ ਜਿਹੜੀ ਹੈਗੀ ਹੈ ਡਾਟਾ ਨੂੰ ਟਰਾਂਸਫਰ ਕਰਨ ਲਈ ਅਤੇ ਦੂਜੀ ਤਾਰ ਨੂੰ ਜਿਹੜਾ ਹੈਗਾ ਗਰਾਊਂਡ ਅਰਥਿੰਗ ਲਈ ਵਰਤਿਆ ਜਾਂਦਾ ਹੈ। ਕ੍ਰਾਸ ਟਾਕ ਨੂੰ ਘੱਟ ਕਰਨ ਲਈ ਤਾਰਾਂ ਨੂੰ ਆਪਸ ਵਿੱਚ ਟਵਿਸਟ ਕੀਤਾ ਹੁੰਦਾ ਹੈ। ਟਵਿਸਟਡ ਪੇਅਰ ਦੇ ਕੇਬਲ ਦੇ ਫਾਇਦੇ ਤਾਂ ਇਹ ਕੇਬਲ ਐਨਾਲੌਗ ਅਤੇ ਡਿਜੀਟਲ ਪ੍ਰਸਾਰਣ ਦੋਵਾਂ ਲਈ ਵਰਤਿਆ ਜਾ ਸਕਦੀਆਂ ਨੇ। ਇਹ ਕੇਬਲ ਘੱਟ ਦੂਰੀਆਂ ਲਈ ਸਸਤੀਆਂ ਹੁੰਦੀਆਂ ਹਨ। ਜੇਕਰ ਨੈਟਵਰਕ ਦੇ ਕਿਸੇ ਹਿੱਸੇ ਦੇ ਨੁਕਸਾਨ ਪਹੁੰਚਦਾ ਹੈ ਤਾਂ ਪੂਰਾ ਜਿਹੜਾ ਹੈਗਾ ਨੈਟਵਰਕ ਡਾਊਨ ਨਹੀਂ ਹੁੰਦਾ ਹੈ। ਟਵਿਸਟਡ ਪੇਅਰ ਕੇਬਲ ਦੇ ਨੁਕਸਾਨ ਤਾਂ ਰਿਪੀਟਰਾਂ ਦੀ ਵਰਤੋਂ ਕਿਤੇ ਬਿਨਾਂ ਸਿਗਨਲਾਂ ਲੰਬੀ ਦੂਰੀ ਤੈਅ ਨਹੀਂ ਕਰ ਸਕਦਾ ਹੈ। ਇਹ ਤਾਰਾਂ ਬਹੁਤ ਪਤਲੀਆਂ ਹੁੰਦੀਆਂ ਹੋਣ ਕਾਰਨ ਠੀਕ ਹੈ ਆਸਾਨੀ ਨਾਲ ਟੁੱਟ ਜਾਂਦੀਆਂ ਹਨ। ਠੀਕ ਹੈ, ਅਗਲਾ ਤੁਹਾਡਾ ਪ੍ਰਸ਼ਨ ਕੀ ਹੈ, ਇਨਫੋਰਮੇਸ਼ਨ ਟੈਕਨੋਲੋਜੀ ਕੀ ਹੈ, ਇਸ ਦੇ ਐਪਲੀਕੇਸ਼ਨ ਦੇ ਖੇਤਰ ਬਾਰੇ ਵੀ ਦੱਸੋ। ਤਾਂ ਚਲੋ ਦੇਖਦੇ ਹਾਂ ਇਹਦਾ ਆਨਸਰ ਕੀ ਹੈ ਦੋਸਤੋ। ਆਹ ਰਿਹਾ ਇਹਦਾ ਆਨਸਰ। ਹਾਂਜੀ, ਤਾਂ ਕੀ ਹੈ, ਇਨਫੋਰਮੇਸ਼ਨ ਟੈਕਨੋਲੋਜੀ ਦੀ ਵਰਤੋਂ ਮਨੁੱਖੀ ਜੀਵਨ ਦੇ ਹਰ ਖੇਤਰ ਵਿੱਚ ਕੀਤੀ ਜਾਂਦੀ ਹੈ। ਇਨਫੋਰਮੇਸ਼ਨ ਟੈਕਨੋਲੋਜੀ ਦੇ ਕੁਝ ਐਪਲੀਕੇਸ਼ਨ ਖੇਤਰਾਂ ਦਾ ਵਰਣਨ ਇਸ ਪ੍ਰਕਾਰ ਹੈ। ਕਾਰੋਬਾਰ ਵਿੱਚ ਵੀ ਇਨਫੋਰਮੇਸ਼ਨ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ, ਸੁਚਾਰੂ ਢੰਗ ਨਾਲ ਚਲਾਉਣ ਲਈ ਕੀਤੀ ਜਾਂਦੀ ਹੈ। ਆਨਲਾਈਨ ਸਿੱਖਿਆ ਵਿੱਚ ਵਿਦਿਆਰਥੀ ਇੰਟਰਨੈਟ ਦੀ ਵਰਤੋਂ ਕਰਦੇ ਹਨ। ਠੀਕ ਹੈ ਜੀ। ਸਿਹਤ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਸਿਹਤ ਦੇ ਖੇਤਰ ਵਿੱਚ ਕਾਫੀ ਸੁਧਾਰ ਹੋਇਆ ਹੈ। ਲੈਬ ਟੈਸਟ ਦੇ ਨਤੀਜੇ, ਮਰੀਜ਼ਾਂ ਦੇ ਰਿਕਾਰਡ ਆਦਿ ਪ੍ਰਤੀਬਿੰਬਿਤ ਕਰ ਦਿੱਤੇ ਗਏ ਹਨ। ਇਨਫੋਰਮੇਸ਼ਨ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ। ਆਵਾਜਾਈ ਦੇ ਵਿੱਚ ਖੇਤਰ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਦੀ ਵੱਖ-ਵੱਖ ਕੰਮ ਲਈ ਕੀਤੀ ਜਾਂਦੀ ਹੈ, ਜਿਵੇਂ ਕਿ ਰੇਲਵੇ, ਹਵਾਈ ਜਹਾਜ਼ ਦੀਆਂ ਟਿਕਟਾਂ ਬੁੱਕ ਕਰ ਸਕਦੇ ਹਾਂ ਘਰ ਬੈਠੇ ਬੈਠੇ। ਦੂਰ ਸੰਚਾਰ ਠੀਕ ਹੈ ਜੀ। ਇਨਫੋਰਮੇਸ਼ਨ ਟੈਕਨੋਲੋਜੀ ਨੇ ਦੂਰ ਸੰਚਾਰ ਲਈ ਨਵੀਆਂ ਸੇਵਾਵਾਂ ਦਰਵਾਜ਼ੇ ਖੋਲ੍ਹ ਦਿੱਤੇ ਹਨ, ਜਿਵੇਂ ਕਿ ਈਮੇਲ ਰਾਹੀਂ ਸੂਚਨਾਵਾਂ ਦਾ ਆਦਾਨ ਪ੍ਰਦਾਨ। ਮਨੋਰੰਜਨ ਕੰਪਿਊਟਰ ਹੁਣ ਫਿਲਮਾਂ ਦੇਖਣ, ਗਾਣੇ ਸੁਣਨ ਅਤੇ ਗੇਮਾਂ ਖੇਡਣ ਲਈ ਇੱਕ ਮਹੱਤਵਪੂਰਨ ਸਾਧਨ ਬਣ ਚੁੱਕਿਆ ਹੈ। ਠੀਕ ਹੈ ਜੀ। ਤੇ ਹੋ ਗਿਆ। ਹੁਣ ਅਗਲਾ ਹੈ ਆਪਣਾ ਨੈਨੋ ਟੈਕਨੋਲੋਜੀ ਅਤੇ ਵਾਈਫਾਈ ਟੈਕਨੋਲੋਜੀ ਤੇ ਨੋਟ ਲਿਖੋ। ਠੀਕ ਹੈ ਜੀ। ਨੈਨੋ ਟੈਕਨੋਲੋਜੀ ਅਤੇ ਵਾਈਫਾਈ ਟੈਕਨੋਲੋਜੀ। ਤਾਂ ਦੇਖੋ ਨੈਨੋ ਟੈਕਨੋਲੋਜੀ ਅਤੇ ਵਾਈਫਾਈ ਟੈਕਨੋਲੋਜੀ ਦਾ ਵਰਣਨ ਇਸ ਪ੍ਰਕਾਰ ਹੈ। ਨੈਨੋ ਟੈਕਨੋਲੋਜੀ ਇੱਕ ਅਜਿਹੀ ਇੰਜੀਨੀਅਰਿੰਗ ਵਿੱਚ ਹੈ ਜਿਸ ਵਿੱਚ ਇਲੈਕਟ੍ਰੋਨਿਕ ਪੁਰਜ਼ਿਆਂ ਨੂੰ ਨੈਨੋਮੀਟਰ ਦੇ ਮਾਪ ਵਿੱਚ ਤਿਆਰ ਕੀਤਾ ਜਾਂਦਾ ਹੈ। ਇਹ ਇਲੈਕਟ੍ਰੋਨਿਕ ਪੁਰਜ਼ੇ ਆਕਾਰ ਅਤੇ ਬਣਤਰ ਵਿੱਚ ਛੋਟੇ ਹੁੰਦੇ ਹਨ। ਨੈਨੋ ਟੈਕਨੋਲੋਜੀ ਦੀ ਵਰਤੋਂ ਹਰ ਖੇਤਰ ਵਿੱਚ ਕੀਤੀ ਜਾਂਦੀ ਹੈ, ਜਿਵੇਂ ਕਿ ਕੰਪਿਊਟਰ ਸਾਇੰਸ, ਭੌਤਿਕ ਵਿਗਿਆਨ ਅਤੇ ਇੰਜੀਨੀਅਰਿੰਗ ਆਦਿ। ਸਮਾਰਟਫੋਨ ਵਿੱਚ ਲੱਗਿਆ ਪ੍ਰੋਸੈਸਰ ਵੀ ਨੈਨੋ ਟੈਕਨੋਲੋਜੀ ਦਾ ਹੀ ਦੇਣ ਹੈ, ਜੋ ਕਿ ਆਕਾਰ ਵਿੱਚ ਛੋਟਾ ਅਤੇ ਪਰੰਤੂ ਇੱਕ ਵੱਡੇ ਕੰਪਿਊਟਰ ਵਾਂਗ ਹੀ ਕਾਰਜ ਕਰਦਾ ਹੈ, ਜਿਵੇਂ ਕਿ CPU 45 nm, CPU 32 nm, CPU 22 nm, CPU 16 nm, CPU 11 nm। ਠੀਕ ਹੈ। ਵਾਈਫਾਈ ਇਸ ਦਾ ਪੂਰਾ ਨਾਮ ਵਾਇਰਲੈਸ ਫਿਡੈਲਿਟੀ ਹੈ। ਇਹ ਇੱਕ ਪ੍ਰਸਿੱਧ ਵਾਇਰਲੈਸ ਨੈਟਵਰਕ ਟੈਕਨੋਲੋਜੀ ਹੈ। ਇਸ ਤਕਨੀਕ ਵਿੱਚ ਵਾਇਰਲੈਸ ਹਾਈ ਸਪੀਡ ਇੰਟਰਨੈਟ ਅਤੇ ਨੈਟਵਰਕ ਕਨੈਕਸ਼ਨ ਲਈ ਰੇਡੀਓ ਵੇਵਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਵਾਈਫਾਈ ਨਾਲ ਅਸੀਂ ਇੱਕੋ ਨੈਟਵਰਕ ਨਾਲ ਜੁੜੇ ਹੋਏ ਦੋ ਜਾਂ ਫਿਰ ਦੋ ਤੋਂ ਵੱਧ ਉਪਕਰਨਾਂ ਵਿਚਕਾਰ ਬਿਨਾਂ ਕੇਬਲ ਤਾਰਾਂ ਦੇ ਜਾਣਕਾਰੀ ਦਾ ਆਦਾਨ ਪ੍ਰਦਾਨ ਕਰ ਸਕਦੇ ਹਾਂ। ਠੀਕ ਹੈ ਜੀ। ਤਾਂ ਇਹ ਤੁਹਾਡਾ ਆਨਸਰ ਹੋ ਗਿਆ। ਇਸ ਤੋਂ ਬਾਅਦ ਕੋਈ ਵੀ ਪ੍ਰਸ਼ਨ ਨਹੀਂ ਬਚਿਆ ਵਾ। ਇਹ ਪੂਰਾ ਦਾ ਪੂਰਾ ਪੇਪਰ ਅਸੀਂ ਸੋਲਵ ਕਰ ਲਿਆ। ਕਲਾਸ 12ਵੀਂ ਦਾ ਕੰਪਿਊਟਰ ਸਾਇੰਸ ਦਾ ਇਹ ਪੇਪਰ ਸੀਗਾ, ਸਤੰਬਰ ਦਾ। ਅਸੀਂ ਪੂਰਾ ਸੋਲਵ ਕਰਕੇ ਤੁਹਾਡੇ ਸਾਹਮਣੇ ਪੇਸ਼ ਕੀਤਾ ਹੈ। ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ। ਚੈਨਲ ਨੂੰ ਪਹਿਲੀ ਵਾਰ ਆਏ ਸਬਸਕ੍ਰਾਈਬ ਜ਼ਰੂਰ ਕਰ ਲਿਓ। ਓਕੇ ਦੋਸਤੋ, ਚਲੋ ਠੀਕ ਹੈ ਜੀ।